पूरा प्रभ आराध्या पूरा जाका नाओ नानक पूरा पाया पूरे के गुण गाओ सुखाओ टल गुर सेविय अहनस सहज सुभाए दर्शन परसय गुरु कै जन्म मरण दुख जाय होवै सिफत संबंधि नूर अरसों पुरसों चटिया तुद डिठे सच्चे पातशाह मल जन्म जन्म दी कटिया तुद डिठे सच्चे पातशाह मल जन्म जन्म दी कटिया। सतनाम श्री वाहिगुरु साहिब जीओ। सोरठ महला पंजवा। गुर के चरण बसे रिद भीतर शोभ लखन प्रभ कीने भै कृपाल पूर्ण परमेश्वर नाम निदान मन चीने मेरो गुर रखवारो मीत दोन चौनी दे वड्याई शोभा नीता नीत गुर के चरण बसे रिद भीतर शुभ लखन प्रभ कीने। वाहिगुरु जी का खालसा वाहिगुरु जी की फतेह। साहिब सतगुरु गरीब नवाज गुरु ग्रंथ साहिब जियां दी पवित्र पावन हजूरी अंदर जुड़ मिल करके बैठी हुई गुरु प्यारी गुरु सवारी खालसा साध संगत जीओ। सतगुरां ने अमृत वेले दे सुभागे दीवान ये समा बख्शिश किया है। गुरबानी दे लाहे आप संगतां प्राप्त कर रहे हो। सतगुरां दे दर्शन प्राप्त हो रहे ने। इस वेले आपां सतगुरां दी गुरबानी दी कथा लड़ीवार जो आपां शुरू की हुई है उस दी विचार सरवण करन दा समा प्राप्त होया। आओ कुछ समय वास्ते अपने मन के ध्यान नूं टकाइए। भावना नाल शरधा दे नाल सतगुरां दे अगमी वचन सरवण करिए। मिल के आखिए सतनाम श्री वाहिगुरु साहिब जी। सतनाम श्री वाहिगुरु साहिब जीओ। सोरठ महला पंजवा। पातशाह गुरु अर्जन देव जियां दा ये पवित्र उपदेश आपां सरवण कर रहे हाँ। 618 अंग के उपर अज का ये शब्द जो है वो महाराज साहब जियां ने आपां नूं उपदेश के रूप दे विच बख्शिश किया है। गुर के चरण बसे रिद भीतर शुभ लखन प्रभ कीने। गुरु बख्शिश कर दे हिरदे दे विच जिस वेले गुरु दे चरण बस गए। रिद भीतर रिद नाम हृदय दा हिरदे दा है। हिरदे दे भीतर विच जदों गुरु दे चरण वसे ते फिर बख्शिश प्राप्त हुई शुभ लखन प्रभ कीने। ये मैनू परमात्मा ने शुभ लखना वाला बना दिता है। ये उन्होंने बख्शिश की है। पर यह शुभ लखना वाला उदों बनया जिस वेले सतगुरां ने मेरे हिरदे विच अपने चरण बख्शिश किते। महाराज साहब जियां दा वचन है चित चरण नाम। ये नाम गुरु के चरण हैं जो असी जपते हैं ना वाहिगुरु मंत्र मूल मंत्र। ये गुरु के चरण हैं। जदों ये चरण हिरदे विच वस गए भाव जदों नाम हिरदे विच वस गया
ਵਾਹਿਗੁਰੂ ਮੰਤਰ ਦੀ ਕਮਾਈ ਕੀਤੀ ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਹ ਮੇਰੇ ਸ਼ੁਭ ਲਖਣ ਪ੍ਰਮਾਤਮਾ ਨੇ ਬਣਾ ਦਿੱਤੇ। ਕਈ ਵਾਰੀ ਅਸੀਂ ਦੇਖਦੇ ਹਾਂ ਜਾਂ ਕਹਿ ਦਿੰਦੇ ਹਾਂ ਇਹ ਬੜਾ ਸ਼ੁਭ ਲਖਣਾਂ ਵਾਲਾ ਵਿਅਕਤੀ ਹੈ, ਇਹਦੇ ਲਖਣ ਬੜੇ ਚੰਗੇ ਨੇ, ਇਹਦੇ ਮੱਥੇ ਲਾ ਕੇ ਜਾਈਏ ਕੰਮ ਹੋ ਜਾਂਦਾ ਹੈ, ਇਹਦੀਆਂ ਅਸੀਸਾਂ ਬੜੀਆਂ ਫਲਦਾਰ ਨੇ, ਅਸੀਸ ਦਿੰਦਾ ਪੂਰੀ ਹੋ ਜਾਂਦੀ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਭਾਈ ਇਹ ਨਾਮ ਦੀਆਂ ਹੀ ਬਰਕਤਾਂ ਨੇ। ਜਿਸ ਵੇਲੇ ਨਾਮ ਜਪਿਆ, ਨਾਮ ਹਿਰਦੇ ਵਿੱਚ ਵਸਿਆ, ਪਰਮਾਤਮਾ ਨੇ ਰਹਿਮਤ ਕਰਕੇ ਮੈਨੂੰ ਸ਼ੁਭ ਲਖਣਾਂ ਵਾਲਾ ਬਣਾ ਦਿੱਤਾ। ਹੁਣ ਸਾਰੇ ਹੀ ਚੰਗਾ ਕਹਿੰਦੇ, ਮਾੜਾ ਕੋਈ ਨਹੀਂ ਕਹਿੰਦਾ। ਸਾਰੇ ਆਖਦੇ ਨੇ ਵੀ ਇਸ ਗੁਰਮੁਖ ਦੇ ਦਰਸ਼ਨ ਕਰਨ ਦਾ ਲਾਭ ਹੀ ਲਾਭ ਪ੍ਰਾਪਤ ਹੈ, ਇਹਦੇ ਬਚਨ ਸੁਣਨ ਦਾ ਲਾਭ ਹੀ ਲਾਭ ਪ੍ਰਾਪਤ ਹੈ। ਇਹ ਜਿਹੜੀਆਂ ਬਖਸ਼ਿਸ਼ਾਂ ਵਡਿਆਈ ਦੇ ਰੂਪ ਦੇ ਵਿੱਚ ਮਿਲੀਆਂ, ਇਹ ਗੁਰੂ ਦੇ ਨਾਮ ਦੇ ਵਿੱਚੋਂ ਮੈਨੂੰ ਮਿਲੀਆਂ ਨੇ। ਜਦੋਂ ਗੁਰੂ ਦਾ ਦਿੱਤਾ ਹੋਇਆ ਨਾਮ ਹਿਰਦੇ ਵਿੱਚ ਵਸਿਆ, ਫਿਰ ਐਸੇ ਸ਼ੁਭ ਲਖਣਾਂ ਵਾਲੇ ਹੋ ਗਏ। ਹਾਂ ਭੈ ਕਿਰਪਾਲ ਪੂਰਨ ਪਰਮੇਸ਼ਰ, ਨਾਮ ਨਿਧਾਨ ਮਨ ਚੀਨੇ। ਇਸ ਵੇਲੇ ਨਾਮ ਦਾ ਖਜ਼ਾਨਾ ਸਤਿਗੁਰਾਂ ਨੇ ਬਖਸ਼ਿਆ ਅਤੇ ਗੁਰੂ ਦੇ ਕੋਲੋਂ ਨਾਮ ਦੀ ਕਮਾਈ ਕੀਤੀ ਹੈ। ਭੈ ਕਿਰਪਾਲ ਪੂਰਨ ਪਰਮੇਸ਼ਰ, ਫਿਰ ਪਰਮੇਸ਼ਰ ਜੀ ਕਿਰਪਾਲੂ ਹੋ ਗਏ। ਤਰੁੱਠ ਕੇ ਉਹਨਾਂ ਨੇ ਬਖਸ਼ਿਸ਼ ਕੀਤੀ, ਰਹਿਮਤ ਕੀਤੀ ਤੇ ਸਤਿਗੁਰੂ ਬਖਸ਼ਿਸ਼ ਕਰਦੇ ਨਾਮ ਨਿਧਾਨ। ਇਹ ਜਿਹੜਾ ਨਾਮ ਹੈ ਨਾ, ਇਹ ਭਾਈ ਨਦੀਆਂ ਦਾ ਖਜ਼ਾਨਾ ਹੈ। ਜਿਹੜੀਆਂ ਨਦੀਆਂ ਨੇ 9 ਨਦੀਆਂ 18 ਸਿੱਧੀਆਂ, ਇਹਨਾਂ ਦਾ ਖਜ਼ਾਨਾ ਪ੍ਰਮਾਤਮਾ ਦਾ ਨਾਮ ਹੈ। ਇਹ ਉਦੋਂ ਸਮਝ ਪਈ ਜਦੋਂ ਨਾਮ ਨੂੰ ਜਪਿਆ ਹੈ। ਅਜੇ ਤੇ ਅਸੀਂ ਦੁਨੀਆ ਦੇ ਪਦਾਰਥਾਂ ਵਾਸਤੇ ਦੌੜੇ ਫਿਰਦੇ, ਐਸ ਵਿਅਕਤੀ ਕੋਲੋਂ ਪਦਾਰਥ ਮਿਲ ਜਾਵੇ, ਇਹ ਬੰਦਾ ਮੇਰੀ ਮਦਦ ਕਰ ਦੇਵੇ। ਪਰ ਜਿਸ ਵੇਲੇ ਨਾਮ ਦੀ ਮਹਿਮਾ ਜਾਣ ਲਈ, ਉਸ ਵੇਲੇ ਸਮਝ ਇਸ ਗੱਲ ਦੀ ਆ ਗਈ ਵੀ ਅਸੀਂ ਦੁਨੀਆ ਦੇ ਪਿੱਛੇ ਦੌੜੇ ਫਿਰਦੇ ਸੀ, ਅਸਲ ਵਿੱਚ ਖਜ਼ਾਨਾ ਤੇ ਸਾਰਾ ਨਾਮ ਵਿੱਚ ਹੀ ਛੁਪਿਆ ਹੋਇਆ ਹੈ। ਭੈ ਕਿਰਪਾਲ ਪੂਰਨ ਪਰਮੇਸ਼ਰ, ਜਿਸ ਵੇਲੇ ਪਰਮੇਸ਼ਰ ਵਾਹਿਗੁਰੂ ਜੀ ਕਿਰਪਾਲੂ ਹੋਏ, ਉਹਨਾਂ ਨੇ ਕਿਰਪਾ ਕੀਤੀ ਤੇ ਗੁਰੂ ਪ੍ਰਾਪਤ ਹੋਇਆ। ਗੁਰੂ ਦੇ ਕੋਲੋਂ ਫਿਰ ਨਾਮ ਮਿਲਿਆ। ਨਾਮ ਜਿਹੜਾ ਨਦੀਆਂ ਦਾ ਖਜ਼ਾਨਾ ਹੈ, ਜਿੱਥੋਂ ਸਾਰੇ ਪਦਾਰਥ ਮਿਲਦੇ ਹਨ। ਤੇ ਪਾਤਸ਼ਾਹ ਕਹਿਣ ਲੱਗੇ ਉਸ ਵੇਲੇ ਮਨ ਚੀਨੇ, ਇਹ ਮਨ ਦੇ ਵਿੱਚ ਇਹ ਸਾਨੂੰ ਸੋਝੀ ਪ੍ਰਾਪਤ ਹੋ ਗਈ, ਇਹ ਗਿਆਨ ਪ੍ਰਾਪਤ ਹੋ ਗਿਆ ਕਿ ਨਾਮ ਹੀ ਸਾਰੀਆਂ ਨਦੀਆਂ ਦਾ ਖਜ਼ਾਨਾ ਹੈ। ਨਾਮ ਦੇ ਭੰਡਾਰੇ ਤੋਂ ਸਾਰੀਆਂ ਬਰਕਤਾਂ ਮਿਲਦੀਆਂ ਹਨ। ਮੇਰੋ ਗੁਰ ਰਖਵਾਰੋ ਮੀਤ, ਸਤਿਗੁਰੂ ਮਿੱਤਰ ਹਨ। ਇਹੋ ਹੀ ਭਾਈ ਲੋਕ ਪਰਲੋਕ ਦੇ ਵਿੱਚ ਸਹਾਈ ਨੇ, ਸਹਾਇਤਾ ਕਰਨ ਵਾਲੇ। ਗੁਰੂ ਪਾਤਸ਼ਾਹ ਮਿੱਤਰ ਬਣ ਜਾਂਦੇ। ਜਿਵੇਂ ਇੱਕ ਮਿੱਤਰ ਆਪਣੇ ਦੂਜੇ ਮਿੱਤਰ ਦਾ ਦੁੱਖ ਸੁਣਦਾ, ਉਹਦੀ ਮਦਦ ਕਰਦਾ ਹੈ, ਇਸੇ ਤਰ੍ਹਾਂ ਭਾਈ ਗੁਰੂ ਵੀ ਮਿੱਤਰ ਹੀ ਬਣ ਜਾਂਦਾ ਹੈ ਅਤੇ ਮਿੱਤਰ ਬਣ ਕੇ ਫਿਰ ਲੋਕ ਪਰਲੋਕ ਦੇ ਵਿੱਚ ਮਦਦ ਕਰਦਾ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂ ਦਾ ਸਾਹ, ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹ। ਇਹ ਗੁਰਬਾਣੀ ਦਾ ਫਰਮਾਨ ਹੈ। ਫਿਰ ਸੱਜਣ ਬਣ ਜਾਂਦੇ। ਸੱਜਣ ਨਾਮ ਵੀ ਮਿੱਤਰ ਦਾ ਹੀ ਹੈ। ਫਿਰ ਗੁਰੂ ਇਹੋ ਜਿਹਾ ਮਿੱਤਰ ਬਣ ਜਾਂਦੇ ਕਿ ਹਰ ਵੇਲੇ ਫਿਰ ਰੱਖਿਆ ਕਰਦੇ। ਲੋਕ ਦੇ ਵਿੱਚ ਵੀ ਰੱਖਿਆ ਹੁੰਦੀ ਹੈ ਅਤੇ ਪਰਲੋਕ ਦੇ ਵਿੱਚ ਵੀ ਰੱਖਿਆ ਹੁੰਦੀ ਹੈ। ਐਸੀਆਂ ਬਖਸ਼ਾਂ ਮਹਾਰਾਜ ਲੋਕ ਪਰਲੋਕ ਦੇ ਵਿੱਚ ਕਰਦੇ ਹਨ। ਦੂਣ ਚਾਉਣੀ ਦੇ ਵਡਿਆਈ, ਸਤਿਗੁਰੂ ਬਖਸ਼ਿਸ਼ ਕਰਦੇ, ਫਿਰ ਦੂਣ ਚਾਉਣੀ ਵਡਿਆਈ ਮਿਲਦੀ ਹੈ। ਦੂਣ ਚਾਉਣ ਤੋਂ ਭਾਵ ਹੈ ਅਧਿਕ ਤੋਂ ਅਧਿਕ, ਬਹੁਤੀ ਤੋਂ ਬਹੁਤੀ ਵਡਿਆਈ। ਸੋ ਜਦੋਂ ਗੁਰੂ ਦੀ ਸ਼ਰਨ ਵਿੱਚ ਆ ਗਏ ਨਾ, ਫਿਰ ਵਡਿਆਈ ਅੱਜ ਮਿਲੀ ਹੈ, ਜੈ ਜੈਕਾਰ ਹੋਈ ਹੈ। ਕੱਲ੍ਹ ਨੂੰ ਹੋਰ ਵਡਿਆਈ ਜ਼ਿਆਦਾ ਮਿਲੀ, ਹੋਰ ਜੈ ਜੈਕਾਰ ਹੋਈ। ਫਿਰ ਉਸ ਤੋਂ ਅੱਗੇ ਹੋਰ ਵਡਿਆਈ ਪ੍ਰਾਪਤ ਹੋਈ, ਹੋਰ ਜੈ ਜੈਕਾਰ ਹੋਈ। ਮਹਾਰਾਜ ਕਹਿਣ ਲੱਗੇ ਦੂਣ ਚਾਉਣੀ, ਅਧਿਕ ਤੋਂ ਅਧਿਕ, ਬਹੁਤੀ ਤੋਂ ਬਹੁਤੀ। ਇਹ ਵਡਿਆਈ ਜਿਹੜੀ ਹੈ ਇਹ ਸਤਿਗੁਰੂ ਜੀ ਬਖਸ਼ਿਸ਼ ਕਰ ਦਿੰਦੇ। ਐਸੀਆਂ ਰਹਿਮਤਾਂ ਹੁੰਦੀਆਂ। ਇਹ ਦਿਨਾਂ ਪ੍ਰਤੀ ਦਿਨ ਹਰ ਰੋਜ਼ ਬਹੁਤੀ ਵਡਿਆਈ ਜਿਹੜੀ ਪ੍ਰਾਪਤ ਹੁੰਦੀ, ਫਿਰ ਬਖਸ਼ਿਸ਼ ਕਰਦੇ ਹਨ। ਦੂਣ ਚਾਉਣੀ ਦੇ ਵਡਿਆਈ, ਸਤਿਗੁਰੂ ਬਖਸ਼ਿਸ਼ ਕਰਦੇ। ਦੂਣ ਤੋਂ ਭਾਵ ਹੈ ਦੋ। ਜਿਹੜੇ ਦੋ ਗੁਰੂ ਸਾਹਿਬਾਨ ਨੇ, ਸਾਹਿਬ ਗੁਰੂ ਨਾਨਕ ਦੇ ਪਾਤਸ਼ਾਹ ਜੀ, ਸਾਹਿਬ ਗੁਰੂ ਅੰਗਦ ਦੇ ਮਹਾਰਾਜ ਜੀ, ਉਹਨਾਂ ਦੋ ਗੁਰਾਂ ਨੇ ਸਾਨੂੰ ਇਹ ਵਡਿਆਈ ਬਖਸ਼ਿਸ਼ ਕੀਤੀ ਹੈ, ਰਹਿਮਤ ਕੀਤੀ ਹੈ ਅਤੇ ਅਸੀਂ ਇਸ ਵਡਿਆਈ ਗੁਰਤਾ ਗੱਦੀ ਦੇ ਯੋਗ ਬਣੇ ਹਾਂ। ਦੋ ਪਾਤਸ਼ਾਹੀਆਂ ਨੇ, ਗੁਰੂ ਨਾਨਕ ਦੇ ਪਾਤਸ਼ਾਹ ਔਰ ਗੁਰੂ ਅੰਗਦ ਸਾਹਿਬ ਪਾਤਸ਼ਾਹ ਨੇ ਇਹ ਰਹਿਮਤ ਕੀਤੀ ਸਾਡੇ ਉੱਪਰ। ਅਗਲਾ ਬਚਨ ਮਹਾਰਾਜ ਨੇ ਵਰਤਿਆ, ਚੌਣੀ ਤੋਂ ਭਾਵ ਚਾਰ ਪਾਤਸ਼ਾਹੀਆਂ
ਸਾਹਿਬ ਗੁਰੂ ਨਾਨਕ ਦੇਵ ਪਾਤਸ਼ਾਹ, ਸਾਹਿਬ ਗੁਰੂ ਅੰਗਦ ਦੇਵ ਮਹਾਰਾਜ ਜੀ, ਸਾਹਿਬ ਗੁਰੂ ਅਮਰਦਾਸ ਪਾਤਸ਼ਾਹ ਜੀ, ਸਾਹਿਬ ਗੁਰੂ ਰਾਮਦਾਸ ਮਹਾਰਾਜ ਜੀ, ਇਹ ਚਾਰ ਗੁਰੂ ਸਾਹਿਬਾਂ ਨੇ ਸਾਡੇ ਤੇ ਬਖਸ਼ਿਸ਼ ਕਰਕੇ ਸਾਨੂੰ ਇਹ ਗੁਰਤਾ ਗੱਦੀ ਦੀ ਵਡਿਆਈ ਦਿੱਤੀ ਹੈ। ਸਾਹਿਬ ਗੁਰੂ ਅਮਰਦਾਸ ਪਾਤਸ਼ਾਹ ਨੇ ਗੁਰਬਾਣੀ ਦਾ ਖਜ਼ਾਨਾ ਸਾਨੂੰ ਬਖਸ਼ਿਆ ਹੈ ਅਤੇ ਬਾਬਾ ਮੋਹ ਜੀਆਂ ਦੇ ਕੋਲੋਂ ਅਸੀਂ ਪ੍ਰਾਪਤ ਕੀਤਾ ਹੈ। ਸਾਹਿਬ ਗੁਰੂ ਰਾਮਦਾਸ ਪਾਤਸ਼ਾਹ ਨੇ ਗੁਰਤਾ ਗੱਦੀ ਦੀ ਵਡਿਆਈ ਬਖਸ਼ਿਸ਼ ਕੀਤੀ ਹੈ। ਦੂਣ ਚੌਣੀ ਦੇ ਵਡਿਆਈ, ਇਹ ਦੋ ਪਾਤਸ਼ਾਹੀਆਂ ਅਤੇ ਫਿਰ ਚਾਰ ਪਾਤਸ਼ਾਹੀਆਂ, ਇਹਨਾਂ ਗੁਰਾਂ ਪਾਤਸ਼ਾਹਾਂ ਨੇ ਸਾਡੇ ਉੱਪਰ ਇਹ ਬਖਸ਼ਿਸ਼ ਕਰਕੇ ਇਹ ਸਾਨੂੰ ਵਡਿਆਈ ਦਿੱਤੀ ਹੈ। ਇਸ ਤਰ੍ਹਾਂ ਇਹ ਦੂਜਾ ਅਰਥ ਜਿਹੜਾ ਹੈ ਉਹ ਵਿਦਵਾਨ ਕਰਦੇ ਵੀ ਇਸ ਤਰ੍ਹਾਂ ਵਡਿਆਈਆਂ ਜਿਹੜੀਆਂ ਉਹ ਪ੍ਰਾਪਤ ਹੁੰਦੀਆਂ ਅਤੇ ਸਾਨੂੰ ਪ੍ਰਾਪਤ ਹੋਈਆਂ ਚੌਹਾਂ ਪਾਤਸ਼ਾਹਾਂ ਤੋਂ, ਚਾਰ ਗੁਰੂ ਸਾਹਿਬਾਂ ਤੋਂ ਇਹ ਵਡਿਆਈਆਂ ਮਿਲੀਆਂ ਹਨ। ਫਿਰ ਬਖਸ਼ਿਸ਼ ਕਰਦੇ ਹਨ। ਦੂਣ ਚੌਣੀ ਦੇ ਵਡਿਆਈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਇਹ ਅਰਥ ਜਿਹੜਾ ਹੈ ਗੁਰਬਾਣੀ ਦੇ ਵਿੱਚ ਆਪਾਂ ਇਹ ਵੀ ਸਰਵਣ ਕਰ ਸਕਦੇ ਹਾਂ ਕਿ ਦੂਣ ਤੋਂ ਭਾਵ ਹੈ ਦੋ ਅੱਖਰ। ਦੋ ਅੱਖਰਾਂ ਦਾ ਜਦੋਂ ਜਾਪ ਕੀਤਾ ਨਾ ਵਡਿਆਈ ਮਿਲੀ ਹੈ। ਦੋ ਅੱਖਰ ਕਿਹੜੇ ਨੇ? ਹਾਹਾ ਤੇ ਰਾਰਾ, ਇਹ ਦੋ ਅੱਖਰ ਨੇ। ਹਰ ਹਰ ਦਾ ਜਾਪ ਕੀਤਾ, ਹਰੀ ਹਰੀ ਦਾ ਜਾਪ ਕੀਤਾ ਤੇ ਇਹ ਸਾਨੂੰ ਵਡਿਆਈ ਮਿਲੀ ਹੈ। ਹਰੀ ਹਰੀ ਦਾ ਜਾਪ ਕਰਕੇ ਇਹ ਦੋ ਅੱਖਰ ਜਿਹੜੇ ਨੇ ਵਡਿਆਈ ਦੇਣ ਵਾਲੇ ਨੇ, ਇਹ ਸ਼ੋਭਾ ਬਣਾਉਣ ਵਾਲੇ ਨੇ। ਇਹ ਹਰੀ ਦਾ ਨਾਮ ਜਿਨ੍ਹਾਂ ਨੇ ਜਪਿਆ ਹੈ ਉਹਨਾਂ ਨੂੰ ਇਹ ਦੋ ਅੱਖਰਾਂ ਦੀ ਵਡਿਆਈ ਮਿਲੀ ਹੈ। ਚੌਣੀ ਤੋਂ ਭਾਵ ਹੈ ਚਾਰ ਅੱਖਰਾਂ ਦੀ ਵਡਿਆਈ। ਚਾਰ ਅੱਖਰ ਕਿਹੜੇ ਨੇ? ਰਾਰਾ ਤੇ ਮਮਾ ਰਾਮ, ਗੱਗਾ ਤੇ ਰਾਰਾ ਗੁਰੂ। ਇਹ ਜਿਹੜੇ ਚਾਰ ਅੱਖਰ ਨੇ, ਰਾਮ ਰਾਮ ਕਹਿਣਾ, ਗੁਰੂ ਗੁਰੂ ਕਹਿਣਾ, ਜਾਂ ਗੁਰੂ ਦੇ ਕੋਲੋਂ ਰਾਮ ਨਾਮ ਨੂੰ ਲੈਣਾ ਅਤੇ ਉਸ ਰਾਮ ਨਾਮ ਦੀ ਕਮਾਈ ਕਰਨੀ। ਦੂਣ ਚੌਣੀ ਦੇ ਵਡਿਆਈ, ਇਹ ਦੋ ਅੱਖਰਾਂ ਦੀ ਵਡਿਆਈ। ਹਰੀ ਹਰੀ ਕਹਿਣਾ ਕੀਤਾ, ਹਰ ਹਰ ਕਹਿਣਾ ਕੀਤਾ ਅਤੇ ਚੌਣੀ ਤੋਂ ਭਾਵ ਚਾਰ ਅੱਖਰ ਰਾਰਾ ਤੇ ਮਮਾ, ਗੱਗਾ ਤੇ ਰਾਰਾ, ਇਹ ਰਾਮ ਰਾਮ ਕਹਿ ਕੇ, ਗੁਰੂ ਗੁਰੂ ਕਹਿ ਕੇ ਇਹ ਸਾਨੂੰ ਵਡਿਆਈ ਮਿਲੀ ਹੈ। ਇਹ ਵਡਿਆਈਆਂ ਦਿੱਤੀਆਂ ਪਾਤਸ਼ਾਹੀਆਂ ਨੇ ਸਾਡੇ ਉੱਪਰ ਰਹਿਮਤ ਕਰਕੇ। ਇਹ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਫਿਰ ਫਰਮਾਉਂਦੇ ਹਨ ਦੂਣ ਚੌਣੀ ਦੇ ਵਡਿਆਈ। ਕਹਿਣ ਲੱਗੇ ਇਹ ਜਿਹੜੇ ਗੁਰਮੁਖੋ ਚਾਰ ਪਦਾਰਥ ਨੇ ਨਾ, ਧਰਮ, ਅਰਥ, ਕਾਮ ਤੇ ਮੋਕਸ਼, ਇਹ ਚਾਰ ਪਦਾਰਥ ਨੇ। ਇਹ ਚਾਰ ਪਦਾਰਥਾਂ ਦੀ ਵਡਿਆਈ ਸਾਨੂੰ ਸਤਿਗੁਰਾਂ ਨੇ ਦਿੱਤੀ ਹੈ। ਗੁਰੂ ਦੇ ਕੋਲੋਂ ਧਰਮ ਪ੍ਰਾਪਤ ਹੋ ਗਿਆ, ਗੁਰੂ ਦੇ ਕੋਲੋਂ ਅਰਥ ਕਹੀਏ ਪਦਾਰਥ ਪ੍ਰਾਪਤ ਹੋ ਗਏ, ਗੁਰੂ ਦੇ ਕੋਲੋਂ ਕਾਮ ਕਹੀਏ ਕਾਮਨਾ ਪੂਰੀ ਹੋ ਗਈ ਤੇ ਗੁਰੂ ਦੇ ਕੋਲੋਂ ਮੋਕਸ਼ ਪ੍ਰਾਪਤ, ਮੁਕਤੀ ਪ੍ਰਾਪਤ ਹੋ ਗਈ। ਇਹ ਚਾਰੇ ਵਡਿਆਈਆਂ ਨੂੰ ਗੁਰੂ ਦੇਣ ਵਾਲਾ ਹੈ। ਦੂਣ ਚੌਣੀ ਦੇ ਵਡਿਆਈ, ਇਹ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾਂ ਕੀ ਸੇਵਾ ਲਾਗੈ। ਐਸੇ ਇਹ ਜਿਹੜੇ ਚਾਰ ਪਦਾਰਥ ਹਨ ਇਹਨਾਂ ਦੀ ਵਡਿਆਈ ਗੁਰੂ ਪਾਤਸ਼ਾਹ ਦੇਣ ਵਾਲੇ ਹਨ। ਸ਼ੋਭਾ ਨੀਤਾ ਨੀਤ, ਪ੍ਰਤੀ ਹਰ ਰੋਜ਼ ਸ਼ੋਭਾ ਹੀ ਸ਼ੋਭਾ, ਵਡਿਆਈ ਹੀ ਵਡਿਆਈ। ਕਦੇ ਪਦਾਰਥਾਂ ਦੀ ਵਡਿਆਈ ਪ੍ਰਾਪਤ ਹੋ ਰਹੀ ਹੈ, ਕਦੇ ਮਨ ਦੀਆਂ ਕਾਮਨਾਵਾਂ ਪੂਰੀਆਂ ਹੁੰਦੀਆਂ ਤੇ ਉਹ ਵਡਿਆਈ ਪ੍ਰਾਪਤ ਹੋ ਰਹੀ ਹੈ, ਕਦੇ ਰਾਮ ਨਾਮ ਦੇ ਜਪਣ ਨੂੰ ਵਡਿਆਈ ਪ੍ਰਾਪਤ ਹੋ ਰਹੀ ਹੈ। ਇਹ ਸ਼ੋਭਾ ਨੀਤਾ ਨੀਤ, ਨਿਤਾ ਪ੍ਰਤੀ ਨਿਤ ਹਰ ਰੋਜ਼ ਇਹ ਸਾਡੀ ਸ਼ੋਭਾ ਹੋ ਰਹੀ ਹੈ। ਐਸਾ ਰਾਮ ਦਾ ਨਾਮ ਜਪਿਆ ਹੈ। ਰਹਾਉ ਜੀ ਜੰਤ ਪ੍ਰਭ ਸਗਲ ਉਧਾਰੇ, ਦਰਸ਼ਨ ਦੇਖਣ ਹਾਰੇ। ਜਿਨ੍ਹਾਂ ਨੇ ਗੁਰੂ ਦਾ ਦਰਸ਼ਨ ਕੀਤਾ ਹੈ ਉਹ ਜੀ ਤੇ ਜੰਤ, ਜੀ ਛੋਟੇ ਛੋਟੇ ਜਿਹੜੇ ਨਿੱਕੇ ਮੋਟੇ ਹਨ, ਛੋਟੇ ਸਰੀਰਾਂ ਵਾਲੇ, ਛੋਟੇ ਆਕਾਰ ਵਾਲੇ, ਉਹਨਾਂ ਦਾ ਵੀ ਭਲਾ ਹੋ ਗਿਆ ਜਿਨ੍ਹਾਂ ਨੇ ਗੁਰੂ ਦੇ ਦਰਸ਼ਨ ਕੀਤੇ। ਅਤੇ ਜੰਤ ਜਿਹੜੇ ਵੱਡੇ ਸਰੀਰਾਂ ਵਾਲੇ ਨੇ ਉਹਨਾਂ ਦਾ ਵੀ ਭਲਾ ਹੋ ਗਿਆ ਜਿਨ੍ਹਾਂ ਨੇ ਗੁਰੂ ਦੇ ਦਰਸ਼ਨ ਕੀਤੇ। ਜਿਵੇਂ ਪ੍ਰਸਾਦੀ ਹਾਥੀ ਸਾਹਿਬ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕਰਦਾ ਹੈ, ਜਿਵੇਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀਆਂ ਦਾ ਨੀਲਾ ਘੋੜਾ ਮਹਾਰਾਜ ਨੂੰ ਸਵਾਰੀ ਦਿੰਦਾ ਹੈ। ਇਹ ਜਿਹੜੇ ਜੀਵ ਜੰਤ ਨੇ, ਭਾਵੇਂ ਛੋਟੇ ਸਰੀਰਾਂ ਵਾਲੇ ਭਾਵੇਂ ਵੱਡੇ ਸਰੀਰਾਂ ਵਾਲੇ, ਉਹ ਸਾਰਿਆਂ ਦਾ ਹੀ ਭਲਾ ਹੋ ਗਿਆ ਕਿਉਂਕਿ ਉਹਨਾਂ ਨੇ ਗੁਰੂ ਦਾ ਦਰਸ਼ਨ ਕੀਤਾ ਹੈ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਐਸਾ ਗੁਰੂ ਦਾ ਦਰਸ਼ਨ ਹੈ ਭਾਈ। ਮਹਾਰਾਜ ਕਹਿਣ ਲੱਗੇ ਭਾਈ ਜੀ ਜੰਤ ਸੋ ਪ੍ਰਭ ਸਗਲ ਉਧਾਰੇ, ਦਰਸ਼ਨ ਦੇਖਣ ਹਾਰੇ।
ਜਿਨ੍ਹਾਂ ਜਿਨ੍ਹਾਂ ਨੇ ਗੁਰੂ ਦਾ ਦਰਸ਼ਨ ਕੀਤਾ ਹੈ, ਉਹ ਭਾਵੇਂ ਛੋਟੇ ਸਰੀਰਾਂ ਵਾਲੇ ਭਾਵੇਂ ਵੱਡੇ ਸਰੀਰਾਂ ਵਾਲੇ, ਸਾਰਿਆਂ ਦਾ ਹੀ ਗੁਰੂ ਭਲਾ ਕਰ ਦਿੰਦਾ। ਐਸੇ ਦਰਸ਼ਨ ਹਨ। ਆਪਾਂ ਬਚਨ ਪੜ੍ਹਦੇ ਹਾਂ, ਊਚ ਅਪਾਰ ਬੇਅੰਤ ਸੁਆਮੀ ਕੌਣ ਜਾਣੇ ਗੁਣ ਤੇਰੇ, ਗਾਵਤੇ ਉਧਰੇ ਸੁਣਤੇ ਉਧਰੇ ਬਿਨਸੇ ਪਾਪ ਘਨੇਰੇ, ਪਸ਼ੂ ਪ੍ਰੇਤ ਮੁਗਧ ਕੋ ਤਾਰੇ, ਪਾਹਨ ਪਾਰੇ ਉਤਾਰੇ, ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਲਿਹਾਰੇ। ਇਸ ਤਰ੍ਹਾਂ ਜਿਹੜੇ ਸ਼ਰਨ ਵਿੱਚ ਪਏ ਨੇ ਭਾਈ, ਉਹ ਸਫਲੇ ਹੋਏ ਹਨ। ਗੁਰਪੁਰੇ ਕੀ ਅਚਰਜ ਵਡਿਆਈ, ਨਾਨਕ ਸਤਿਗੁਰੂ ਜੀ ਬਖਸ਼ਿਸ਼ ਕਰਦੇ, ਕਹਿਣ ਲੱਗੇ ਭਾਈ ਪੂਰਿਆਂ ਗੁਰਾਂ ਦੀ ਵਡਿਆਈ ਜਿਹੜੀ ਬੜੀ ਅਚਰਜ ਹੈ, ਹੈਰਾਨ ਕਰਨ ਵਾਲੀ ਗੁਰੂ ਦੀ ਵਡਿਆਈ ਹੈ। ਜਦੋਂ ਗੁਰੂ ਦੇ ਕਰਤੱਵ ਸੁਣੀਦੇ, ਕੌਤਕ ਸੁਣੀਦੇ, ਉਦੋਂ ਹੈਰਾਨ ਹੋ ਜਾਈਦਾ ਵੀ ਗੁਰੂ ਇਹੋ ਜਿਹੇ ਕਰਤੱਵ ਕਰ ਦਿੰਦਾ, ਇਹੋ ਜਿਹੀਆਂ ਬਖਸ਼ਿਸ਼ਾਂ ਕਰ ਦਿੰਦਾ ਹੈ। ਐਸੀ ਵਡਿਆਈ ਹੈ। ਨਾਨਕ ਸਦ ਬਲਿਹਾਰੇ। ਗੁਰੂ ਅਰਜਨ ਦੇ ਪਾਤਸ਼ਾਹ ਕਹਿੰਦੇ ਅਸੀਂ ਤੇ ਬਲਿਹਾਰ ਜਾਈਏ, ਕੁਰਬਾਨ ਜਾਈਏ, ਸਦਕੇ ਜਾਈਏ ਐਸੇ ਗੁਰੂ ਤੋਂ, ਜਿਸ ਗੁਰੂ ਦੀ ਵਡਿਆਈ ਜਿਹੜੀ ਹੈ ਅਚਰਜ ਕਰਨ ਵਾਲੀ ਹੈ, ਹੈਰਾਨ ਕਰ ਦੇਣ ਵਾਲੀ ਹੈ, ਜਿਹਦੀ ਵਡਿਆਈ ਸੁਣ ਕੇ ਮਨ ਵਿੱਚ ਹੈਰਾਨੀ ਹੋ ਜਾਵੇ। ਐਸੇ ਗੁਰੂ ਤੋਂ ਕੁਰਬਾਨ ਜਾਈਏ। ਜਿਵੇਂ ਵਲੀ ਕੰਧਾਰੀ ਨੇ ਪੱਥਰ ਸੁੱਟਿਆ ਨਾ, ਬੜਾ ਵੱਡਾ ਬੜਾ ਭਾਰੀ, ਉਹ ਪੱਥਰ ਦੇ ਸੰਗਤਾਂ ਅੱਜ ਵੀ ਦਰਸ਼ਨ ਕਰਦੀਆਂ ਜਾ ਕੇ ਪੰਜਾ ਸਾਹਿਬ ਦੀ ਧਰਤੀ ਤੇ ਹਸਨ ਅਬਦਾਲ ਵਿਖੇ। ਉਹ ਪੱਥਰ ਬਹੁਤ ਵੱਡਾ ਹੈ, ਪਰ ਗੁਰੂ ਦੀ ਵਡਿਆਈ ਵੀ ਵੱਡੀ ਹੈ। ਵਲੀ ਕੰਧਾਰੀ ਨੇ ਆਪਣੀਆਂ ਸ਼ਕਤੀਆਂ ਦੇ ਨਾਲ, ਕਰਾਮਾਤਾਂ ਦੇ ਨਾਲ ਉਸ ਪੱਥਰ ਨੂੰ ਉੱਚੇ ਪਹਾੜ ਤੋਂ ਥੱਲੇ ਨੂੰ ਰੇੜਿਆ ਕਿ ਇਹਦੇ ਥੱਲੇ ਆ ਕੇ ਇਹ ਤਿੰਨ ਮੁਸਾਫਰ ਮਰ ਜਾਣਗੇ। ਪਰ ਸਤਿਗੁਰਾਂ ਨੇ ਆਪਣੇ ਪਵਿੱਤਰ ਹਸਤ ਕਮਲਾਂ ਦਾ ਪੰਜਾ ਲਾ ਕੇ, ਹੱਥ ਲਾ ਕੇ ਉਸ ਰਿੜਦੇ ਹੋਏ ਪੱਥਰ ਨੂੰ ਰੋਕਿਆ। ਅੱਜ ਵੀ ਮਹਾਰਾਜ ਦੀ ਯਾਦ ਵਿੱਚ ਉਹ ਪਿਆ ਹੋਇਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਗੁਰਪੂਰੇ ਕੀ ਅਚਰਜ ਵਡਿਆਈ। ਇਹ ਹੈ ਗੁਰਪੂਰਿਆਂ ਦੀ ਵਡਿਆਈ। ਜਦੋਂ ਸੁਣੀਦਾ ਉਦੋਂ ਹੈਰਾਨੀ ਹੁੰਦੀ ਹੈ ਵੀ ਮਹਾਰਾਜ ਕਿੱਡੇ ਸਮਰੱਥ ਨੇ, ਐਸੇ ਵੱਡੇ ਪੱਥਰਾਂ ਨੂੰ ਪੰਜਾ ਲਾ ਕੇ ਜਿਨ੍ਹਾਂ ਨੇ ਰੋਕ ਛੱਡਿਆ ਹੈ। ਐਸੇ ਗੁਰੂ ਦੀ ਵਡਿਆਈ ਬੇਅੰਤ ਹੈ। ਸੋਠ ਮਹੱਲਾ ਪੰਜਵਾਂ। ਸੰਚਨ ਕਰੋ ਨਾਮ ਧਨ ਨਿਰਮਲ, ਥਾਤੇ ਅਗਮਾ ਪਾਰ। ਬਖਸ਼ਿਸ਼ ਕਰਦੇ, ਜਿਹੜਾ ਨਾਮ ਧਨ ਹੈ ਭਾਈ ਬੜਾ ਨਿਰਮਲ ਹੈ, ਪਵਿੱਤਰ ਹੈ। ਨਾਮ ਦਾ ਧਨ ਹੈ ਹੀ ਇਹੋ ਜਿਹਾ ਜਿਹੜਾ ਆਪ ਪਵਿੱਤਰ ਹੈ, ਜਿਹੜਾ ਜਪਦਾ ਉਹ ਪਵਿੱਤਰ ਹੋ ਜਾਂਦਾ। ਇਹ ਦੁਨੀਆ ਦਾ ਧਨ ਜਿਹੜਾ ਕਾਲਾ ਹੈ, ਇਹ ਕਾਲਖ ਹੀ ਕਮਾਉਂਦਾ ਹੈ। ਕਾਲਖ ਕਰਕੇ, ਪਾਪ ਕਰਕੇ ਇਕੱਠਾ ਕੀਤਾ ਅਤੇ ਪਾਪ ਕਰਕੇ ਇਸ ਨੂੰ ਅੱਗੇ ਤੋਰਿਆ। ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀਆਂ ਦੇ ਵੱਡੇ ਪੁੱਤਰ ਨੇ ਬਾਬਾ ਦਾਤੂ ਜੀ। ਗੁਰੂ ਘਰ ਵਿੱਚ ਜਿੰਨੀ ਮਾਇਆ ਆਉਂਦੀ ਹੈ ਨਾ, ਸਾਰੀ ਇਹਨਾਂ ਦੇ ਕੋਲ ਆਉਂਦੀ। ਮਾਇਆ ਦੀ ਗਿਣਤੀ ਆਪ ਕਰਦੇ, ਮਾਇਆ ਨੂੰ ਸਾਂਭ ਕੇ ਰੱਖਦੇ, ਫਿਰ ਗੁਰੂ ਘਰ ਦੇ ਕਾਰਜਾਂ ਵਾਸਤੇ ਵਰਤਦੇ। ਕੁਝ ਮਾਇਆ ਆਪਣੇ ਐਸ਼ੋ ਆਰਾਮ ਵਾਸਤੇ ਵੀ ਵਰਤਦੇ। ਸੋ ਇਸ ਤਰ੍ਹਾਂ ਮਾਇਆ ਦੀ ਗਿਣਤੀ ਦਾ ਲੇਖਾ ਜੋਖਾ ਬਾਬਾ ਦਾਤੂ ਜੀ ਦੇ ਕੋਲ ਹੈ। ਇੱਕ ਦਿਨ ਕੀ ਹੋਇਆ, ਮਾਇਆ ਗਿਣਦੇ ਪਏ, ਗਿਣਦਿਆਂ ਗਿਣਦਿਆਂ ਮਾਇਆ ਦੀ ਮੈਲ ਜਿਹੜੀ ਹੈ ਨਾ ਕਾਲਖ ਹੱਥਾਂ ਨੂੰ ਲੱਗ ਗਈ। ਹੱਥ ਵੀ ਪੋਟੇ ਜਿਹੜੇ ਨੇ ਉਂਗਲਾਂ ਦੇ ਉਹ ਕਾਲੇ ਹੋ ਗਏ ਅਤੇ ਫਿਰ ਮੂੰਹ ਦੇ ਉੱਪਰ ਖਾਰਿਸ਼ ਹੋਈ ਤੇ ਮੂੰਹ ਨੂੰ ਜਦੋਂ ਖਾਰਿਸ਼ ਨਾਲ ਆਪਣਾ ਹੱਥ ਲਾਇਆ ਤੇ ਉਹ ਹੱਥਾਂ ਦੀ ਜਿਹੜੀ ਮੈਲ ਹੈ ਨਾ ਕਾਲਖ ਉਹ ਮੂੰਹ ਨੂੰ ਵੀ ਲੱਗ ਗਈ। ਇੰਨੇ ਚਿਰ ਨੂੰ ਗੁਰੂ ਅੰਗਦ ਸਾਹਿਬ ਪਾਤਸ਼ਾਹ ਦਾ ਸੁਨੇਹਾ ਆ ਗਿਆ ਕਿ ਬਾਬਾ ਦਾਤੂ ਜੀ ਸਾਨੂੰ ਆ ਕੇ ਮਿਲੋ। ਬਾਬਾ ਦਾਤੂ ਜੀ ਜਦੋਂ ਗੁਰੂ ਅੰਗਦ ਦੇ ਪਾਤਸ਼ਾਹ ਨੂੰ ਮਿਲੇ ਤੇ ਸਤਿਗੁਰਾਂ ਨੇ ਵੇਖਿਆ ਵੀ ਮੂੰਹ ਦੇ ਉੱਪਰ ਕਾਲਖ ਲੱਗੀ ਹੋਈ ਹੈ। ਮਹਾਰਾਜ ਨੇ ਪੁੱਛਿਆ, ਕਹਿਣ ਲੱਗੇ ਦਾਤੂ ਜੀ ਤੁਹਾਡੇ ਮੂੰਹ ਤੇ ਕਾਲਖ ਲੱਗੀ ਹੋਈ ਹੈ, ਕੀ ਕਰਦੇ ਪਏ ਸੀ? ਕਹਿਣ ਲੱਗਾ ਮਹਾਰਾਜ ਮਾਇਆ ਗਿਣਦਾ ਪਿਆ ਅਤੇ ਉਹ ਮਾਇਆ ਗਿਣ ਕੇ ਮੇਰੇ ਹੱਥਾਂ ਨੂੰ ਮੈਲ ਲੱਗ ਗਈ, ਹੱਥ ਕਾਲੇ ਹੋ ਗਏ ਅਤੇ ਫਿਰ ਮੇਰੇ ਮੂੰਹ ਤੇ ਖਾਰਿਸ਼ ਹੋਈ ਤੇ ਮੈਂ ਮੂੰਹ ਨੂੰ ਖੁਰਕਿਆ ਤੇ ਉਹ ਹੱਥਾਂ ਦੇ ਪੋਟਿਆਂ ਦੀ ਮੈਲ ਮੂੰਹ ਦੇ ਉੱਪਰ ਲੱਗ ਗਈ ਹੈ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਇਹ ਵੇਖ ਕੇ ਅਤੇ ਸੁਣ ਕੇ ਬਚਨ ਕਹਿਣ ਲੱਗੇ, ਬਾਬਾ ਦਾਤੂ ਇਹ ਮਾਇਆ ਲੋਕ ਤੇ ਪਰਲੋਕ ਦੇ ਵਿੱਚ ਮੂੰਹ ਹੀ ਕਾਲਾ ਕਰਾਉਂਦੀ ਹੈ। ਇੱਥੇ ਵੀ ਇਹਦੇ ਨਾਲ ਮੂੰਹ ਹੀ ਕਾਲਾ ਹੁੰਦਾ ਹੈ ਅਤੇ ਪਰਲੋਕ ਦੇ ਵਿੱਚ ਵੀ ਮੂੰਹ ਕਾਲਾ ਕਰਵਾਉਂਦੀ ਹੈ, ਕਿਉਂਕਿ ਪਾਪ ਕਰਕੇ ਉਸ ਨੂੰ ਇਕੱਤਰਤ ਕੀਤਾ ਜਾਂਦਾ। ਇਹ ਬਚਨ ਗੁਰੂ ਅੰਗਦ ਸਾਹਿਬ ਪਾਤਸ਼ਾਹ ਨੇ ਕੀਤੇ, ਪਰ ਬਾਬਾ ਦਾਤੂ ਇਹਨਾਂ ਬਚਨਾਂ ਨੂੰ ਸਮਝ ਨਹੀਂ ਪਾਇਆ ਵੀ ਮਹਾਰਾਜ ਕੀ ਕਹਿ ਰਹੇ ਨੇ। ਉਹੀ ਗੱਲ ਹੋਈ, ਸਮਾਂ ਬਤੀਤ ਹੋ ਗਿਆ। ਜਦੋਂ ਗੁਰੂ ਅੰਗਦ ਦੇ ਪਾਤਸ਼ਾਹ ਜੋਤੀ ਜੋਤ ਸਮਾ ਗਏ, ਮਾਇਆ ਦੇ ਲਾਲਚ ਵਿੱਚ ਆ ਕੇ ਇਸ ਦਾਤੂ ਨੇ ਫਿਰ ਗੁਰੂ ਅਮਰਦਾਸ ਪਾਤਸ਼ਾਹ ਨੂੰ ਲੱਤ ਮਾਰ ਕੇ ਥੱਲੇ ਸੁੱਟਿਆ ਅਤੇ ਮਾਇਆ ਸਾਰੀ ਇਕੱਠੀ ਕਰਕੇ ਬੋਰੀਆਂ ਵਿੱਚ ਭਰ ਕੇ
ਗੋਇੰਦਵਾਲ ਤੋਂ ਆਪਣੇ ਪਿੰਡ ਨੂੰ ਆ ਰਿਹਾ ਸੀ। ਰਸਤੇ ਵਿੱਚ ਚੋਰਾਂ ਨੇ ਲੁੱਟ ਲਿਆ। ਮਾਇਆ ਵੀ ਜਾਂਦੀ ਰਹੀ ਅਤੇ ਜਿਹੜਾ ਨਰਾਦਰ ਹੋਇਆ ਗੁਰੂ ਪਾਤਸ਼ਾਹ ਦਾ ਉਹ ਵੱਖਰਾ, ਜਿਹੜਾ ਲੋਕਾਂ ਨੇ ਲਾਹਨਤਾਂ ਪਾਈਆਂ ਉਹ ਵੱਖਰੀਆਂ। ਲੋਕ ਪਰਲੋਕ ਦੇ ਵਿੱਚ ਆਪਾਂ ਆਪਣੇ ਆਪ ਨੂੰ ਦੁਖਦਾਈ ਬਣਾ ਲਿਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਭਾਈ ਇਹ ਦੁਨੀਆ ਦੇ ਪਦਾਰਥ ਤੇ ਕਾਲਖ ਰੂਪ ਨੇ, ਇਹ ਤੇ ਮੂੰਹ ਕਾਲਾ ਕਰ ਦਿੰਦੇ, ਪਰ ਨਾਮ ਧਨ ਇਹੋ ਜਿਹਾ ਪਵਿੱਤਰ ਹੈ, ਸੰਚਨ ਕਰੋ ਕਰੋ ਨਾਮ ਧਨ ਨਿਰਮਲ। ਇਹ ਜਿਹੜਾ ਪਵਿੱਤਰ ਨਾਮ ਹੈ ਨਾ, ਇਹ ਭਾਈ ਨਿਰਮਲ ਹੈ, ਇਹਦੇ ਵਿੱਚ ਮੈਲ ਕੋਈ ਨਹੀਂ ਹੈ। ਦੁਨੀਆ ਦੇ ਧਨ ਵਿੱਚ ਮੈਲ ਹੁੰਦੀ ਹੈ। ਦੁਨੀਆ ਦਾ ਧਨ ਲੋਕ ਪਰਲੋਕ ਵਿੱਚ ਮੂੰਹ ਕਾਲਾ ਕਰ ਛੱਡਦਾ ਹੈ। ਨਾਮ ਦਾ ਧਨ ਲੋਕ ਵਿੱਚ ਵੀ ਇੱਜ਼ਤ ਦਿੰਦਾ ਹੈ, ਪਰਲੋਕ ਵਿੱਚ ਵੀ ਇੱਜ਼ਤ ਦਿੰਦਾ ਹੈ। ਅਤੇ ਉਸ ਨਾਮ ਧਨ ਨੂੰ ਗੁਰੂ ਕਿਰਪਾ ਨਾਲ ਸੰਚਨ ਕਰੋ ਮੈਂ ਇਕੱਠਿਆਂ ਕੀਤਾ ਹੈ। ਨਾਮ ਨੂੰ ਜਪ ਕੇ ਜਿਵੇਂ ਅਸੀਂ ਰੁਪਈਆ ਕਰਕੇ ਥੈਲੀ ਵਿੱਚ ਪਾਈ ਜਾਈਏ, ਥੈਲੀ ਭਰ ਜਾਂਦੀ ਹੈ। ਅਤੇ ਇਸੇ ਤਰ੍ਹਾਂ ਜਿਨ੍ਹਾਂ ਨੇ ਰਾਮ 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 ਕਿਹਾ, ਉਹਨਾਂ ਨੇ ਭਾਈ ਰਾਮ ਰਾਮ ਕਹਿ ਕੇ ਰਾਮ ਦੇ ਧਨ ਨੂੰ ਇਕੱਠਾ ਕਰ ਲਿਆ ਹੈ। ਸਤਿਗੁਰੂ ਬਖਸ਼ਿਸ਼ ਕਰਦੇ ਕਹਿਣ ਲੱਗੇ, ਨਾਮ ਧਨ ਨਿਰਮਲ, ਇਹ ਜਿਹੜਾ ਪਵਿੱਤਰ ਨਾਮ ਧਨ ਹੈ, ਇਹ ਸੰਚਨ ਕਰੋ, ਇਹ ਗੁਰੂ ਕਿਰਪਾ ਨਾਲ ਮੈਂ ਇਕੱਠਾ ਕੀਤਾ ਹੈ। ਥਾਤੀ ਅਗਮ ਅਪਾਰ, ਜਿਹੜਾ ਮਨ ਦੀ ਗਮਤਾ ਤੋਂ ਪਰੇ ਅਗਮ ਪਰਮਾਤਮਾ ਹੈ, ਜਿਹੜਾ ਅਪਾਰ ਪਾਰਾਵਾਰ ਤੋਂ ਰਹਿਤ ਹੈ, ਉਸ ਦੇ ਨਾਮ ਦੇ ਧਨ ਦੀ ਇਹ ਥਾਤੀ ਕਹੀਏ ਥੈਲੀ ਬਣਾਈ ਹੈ। ਇਹ ਥੈਲੀ ਵਿੱਚ ਨਾਮ ਧਨ ਨੂੰ ਪਾਇਆ ਹੈ, ਇਹ ਥੈਲੀ ਨਾਮ ਧਨ ਦੀ ਭਰੀ ਹੈ। ਐਸੀਆਂ ਬਖਸ਼ਾਂ ਪ੍ਰਾਪਤ ਹੋਈਆਂ ਹਨ। ਬਿਲਸ਼ ਬਿਨੋਦ ਆਨੰਦ ਸੁਖ ਮਾਣੋ, ਖਾਏ ਜੀਵੋ ਸਿੱਖ ਪਰਿਵਾਰ। ਗੁਰੂ ਪਾਤਸ਼ਾਹ ਕਹਿਣ ਲੱਗੇ, ਬਿਲਸ਼ ਤੋਂ ਭਾਵ ਜਿਹੜੇ ਆਮ ਖਾਸ ਨੇ ਉਹਨਾਂ ਵਿੱਚ ਵੀ ਇਹ ਨਾਮ ਵਰਤਾਉਣਾ ਕਰੋ। ਜਿਹੜਾ ਇਹ ਨਾਮ ਹੈ, ਜਿਹੜੇ ਆਮ ਲੋਕ ਨੇ ਉਹਨਾਂ ਦੇ ਵਿੱਚ ਵੀ ਭਾਈ ਨਾਮ ਦੀ ਗੱਲ ਕਰੋ, ਉਹਨਾਂ ਦੇ ਵਿੱਚ ਵੀ ਗੁਰਬਾਣੀ ਦੀ ਗੱਲ ਕਰੋ। ਜਿਹੜੇ ਖਾਸ ਲੋਕ ਨੇ ਉਹਨਾਂ ਦੇ ਵਿੱਚ ਵੀ ਨਾਮ ਦੀ ਗੱਲ, ਨਾਮ ਦੀ ਮਹਿਮਾ ਕਰੋ। ਇਹ ਬਿਲਸ਼ ਤੋਂ ਭਾਵ ਆਮ ਤੇ ਖਾਸ, ਉਹਨਾਂ ਦੇ ਵਿੱਚ ਨਾਮ ਦੀ ਮਹਿਮਾ ਕਰੋ। ਆਪ ਵੀ ਨਾਮ ਜਪੋ, ਦੂਜਿਆਂ ਨੂੰ ਵੀ ਨਾਮ ਜਪਾਓ। ਇਸੇ ਤਰ੍ਹਾਂ ਵਿਨੋਦ ਜਿਹੜੇ ਰਿਸ਼ਤੇਦਾਰ ਨੇ, ਜਿਨ੍ਹਾਂ ਨੂੰ ਸੰਬੰਧੀ ਕਿਹਾ ਜਾਂਦਾ ਹੈ, ਸੰਬੰਧੀਆਂ ਦੇ ਵਿੱਚ ਜਦੋਂ ਜਾਂਦੇ ਉਦੋਂ ਵੀ ਨਾਮ ਦੀ ਮਹਿਮਾ ਕਰਿਆ ਕਰੋ। ਅਸੀਂ ਸੰਬੰਧੀਆਂ ਵਿੱਚ ਜਾ ਕੇ ਘਰ ਦੀਆਂ ਗੱਲਾਂ ਛੇੜ ਲੈਂਦੇ, ਫਲਾਣਾ ਬੜਾ ਦੁੱਖ ਦਿੰਦਾ ਹੈ, ਫਲਾਣਾ ਬੜਾ ਸੁੱਖ ਦਿੰਦਾ ਹੈ, ਇੱਥੋਂ ਮੈਨੂੰ ਘਾਟਾ ਪੈ ਗਿਆ, ਇੱਥੋਂ ਮੈਨੂੰ ਲਾਭ ਹੋ ਗਿਆ, ਜਾਂ ਕਿਸੇ ਦੀ ਚੁਗਲੀ ਕਰ ਲਈ, ਕਿਸੇ ਦੀ ਨਿੰਦਿਆ ਕਰ ਲਈ, ਦੁਨੀਆਦਾਰੀ ਦੀਆਂ ਗੱਲਾਂ ਕਰਦੇ ਰਹਿੰਦੇ। ਮਹਾਰਾਜ ਕਹਿਣ ਲੱਗੇ, ਨਹੀਂ ਭਾਈ, ਵਿਨੋਦ ਜਿਹੜੇ ਰਿਸ਼ਤੇਦਾਰ ਨੇ ਉਹਨਾਂ ਵਿੱਚ ਵੀ ਜਾ ਕੇ ਗੁਰੂ ਦੀ ਗੱਲ ਹੀ ਕਰਿਆ ਕਰੋ, ਨਾਮ ਦੀ ਗੱਲ ਕਰਿਆ ਕਰੋ। ਹੋ ਸਕਦਾ ਤੁਹਾਡੇ ਮੂੰਹ ਦਾ ਸ਼ਬਦ ਨਿਕਲਿਆ ਹੋਇਆ ਕਿਸੇ ਦਾ ਜੀਵਨ ਸੁਧਾਰ ਦੇਵੇ, ਕਿਸੇ ਦਾ ਭਲਾ ਕਰ ਦੇਵੇ। ਇਸ ਕਰਕੇ ਆਪਣੇ ਮੁਖੋਂ ਨਾਮ ਦੀ ਗੱਲ ਹੀ ਕਿਹਾ ਕਰੋ। ਬਿਲਸ ਵਿਨੋਦ ਜਿਹੜੇ ਸੰਬੰਧੀ ਨੇ ਉਹਨਾਂ ਦੇ ਵਿੱਚ ਭਾਈ ਇਹ ਨਾਮ ਦੀ ਮਹਿਮਾ ਕਰਿਆ ਕਰੋ, ਗੁਰਬਾਣੀ ਪੜ੍ਹਿਆ ਕਰੋ, ਗੁਰਬਾਣੀ ਸੁਣਾਇਆ ਕਰੋ, ਸੁਣਿਆ ਕਰੋ ਅਤੇ ਗੁਰੂ ਦੀ ਗੱਲ ਦੱਸਿਆ ਕਰੋ। ਤੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ, ਬਿਲਸ ਵਿਨੋਦ ਆਨੰਦ ਸੁਖ ਮਾਣਹੁ। ਇਸ ਕਰਕੇ ਭਾਈ ਇਹ ਆਨੰਦ ਦੇ ਸਮੇਤ ਸੁਖ ਨੂੰ ਮੰਨ ਨਾ ਕਰੋ। ਮਹਾਰਾਜ ਕਹਿਣ ਲੱਗੇ, ਖਾਏ ਜੀਵੋ ਸਿੱਖ ਪਰਿਵਾਰ। ਇਹ ਭਾਈ ਆਪਣੇ ਪਰਿਵਾਰ ਦੇ ਸਮੇਤ ਇਸ ਨਾਮ ਦੇ ਭੋਜਨ ਨੂੰ ਛਕ ਕੇ ਤੇ ਆਪਣੀ ਜ਼ਿੰਦਗੀ ਦੇ ਜੀਵਨ ਨੂੰ ਬਤੀਤ ਕਰ, ਸਫਲਾ ਕਰਕੇ ਹੋਰਾਂ ਨੂੰ ਵੀ ਇਹ ਨਾਮ ਦਾ ਭੋਜਨ ਛਕਾ ਕੇ ਉਹਨਾਂ ਨੂੰ ਵੀ ਗੁਰੂ ਵਾਲਾ ਬਣਾ ਕੇ ਉਹਨਾਂ ਦੇ ਉੱਪਰ ਵੀ ਬਖਸ਼ਿਸ਼ ਕਰ। ਇਸ ਤਰ੍ਹਾਂ ਭਾਈ ਇਹ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ। ਜਾਂ ਆਪਾਂ ਇਸ ਤਰ੍ਹਾਂ ਕਹਿ ਸਕਦੇ ਹਾਂ, ਪਰਿਵਾਰ ਤੋਂ ਭਾਵ ਹੁੰਦਾ ਘੇਰਾ ਬਣਾ ਕੇ ਬੈਠਣਾ, ਚਾਰ ਚੁਫੇਰੇ ਬੈਠ ਜਾਣਾ। ਆਪਣੇ ਗੁਰੂ ਦੇ ਚਾਰ ਚੁਫੇਰੇ ਬੈਠ, ਕੁਝ ਸਿੱਖ ਅੱਗੇ ਬੈਠ ਗਏ, ਕੁਝ ਪਿੱਛੇ, ਕੁਝ ਸੱਜੇ, ਕੁਝ ਖੱਬੇ। ਇਸ ਤਰ੍ਹਾਂ ਗੁਰੂ ਦੇ ਕੋਲ ਬੈਠਣਾ। ਘੇਰਾ ਬਣਾ ਕੇ ਕਿਉਂ ਬੈਠਣਾ? ਕਿਉਂਕਿ ਗੁਰੂ ਦੇ ਕਹੇ ਹੋਏ ਬਚਨ ਮੇਰੇ ਕੰਨਾਂ ਵਿੱਚ ਪੈ ਜਾਣ। ਮੈਂ ਦੂਰ ਬੈਠਾਂਗਾ ਤੇ ਗੁਰੂ ਦੇ ਬਚਨ ਮੇਰੇ ਕੰਨਾਂ ਵਿੱਚ ਨਹੀਂ ਪੈਣਗੇ। ਜਿੰਨਾ ਚਿਰ ਬਚਨ ਕੰਨਾਂ ਵਿੱਚ ਨਹੀਂ ਪੈਣਗੇ ਭਲਾ ਨਹੀਂ ਹੋਵੇਗਾ। ਗੁਰੂ ਦੇ ਕੋਲ ਇਸ ਤਰ੍ਹਾਂ ਬੈਠ ਜਿਵੇਂ ਮੈਂ ਪਰਿਵਾਰ ਦੇ ਕੋਲ ਬੈਠਾ ਹਾਂ। ਗੁਰੂ ਨੂੰ ਆਪਣਾ ਸਮਝ ਕੇ ਵੀ ਇਹ ਗੁਰੂ ਮੇਰਾ ਭਲਾ ਕਰਨ ਵਾਲਾ ਹੈ। ਇਸ ਤਰ੍ਹਾਂ ਪਰਿਵਾਰ ਦੇ ਨਿਆਈ ਗੁਰੂ ਦੇ ਕੋਲ ਬੈਠ, ਨੇੜੇ ਨੇੜੇ ਹੋ ਕੇ ਬੈਠਣਾ ਕਰ। ਤੇ ਪਾਤਸ਼ਾਹ ਕਹਿਣ ਲੱਗੇ, ਅਤੇ ਫਿਰ ਗੁਰੂ ਦੇ ਕੋਲੋਂ ਨਾਮ ਦਾ ਧਨ ਲੈ ਕੇ ਉਸ ਨਾਮ ਦੀ ਕਮਾਈ ਕਰ,
ਖਾਏ ਤੋਂ ਭਾਵ ਹੈ ਕਮਾਈ ਕਰਨੀ। ਇਸ ਤਰ੍ਹਾਂ ਗੁਰੂ ਕਿਹਾ ਸਿੱਖਾ ਆਪਣੇ ਜੀਵਨ ਨੂੰ ਜਿਉਣਾ ਕਰ ਤਾਂ ਤੇਰਾ ਭਲਾ ਹੁੰਦਾ ਹੈ। ਹਰ ਕੇ ਚਰਨ ਕਮਲ ਆਧਾਰ। ਪਰਮਾਤਮਾ ਦੇ ਜਿਹੜੇ ਚਰਨ ਨੇ ਕਮਲ ਵਰਗੇ, ਉਹਨਾਂ ਕਮਲ ਵਰਗੇ ਸੁੰਦਰ ਚਰਨਾਂ ਦਾ ਆਧਾਰ ਕਹੀਏ, ਆਸਰਾ ਬਣਾ ਲਾ। ਸੁੰਦਰ ਚਰਨਾਂ ਨੂੰ ਆਪਣਾ ਆਸਰਾ ਬਣਾ ਲੈਣਾ ਕਰ। ਸੰਤ ਪ੍ਰਸਾਦ ਪਾਇਓ ਸਚ ਬੋਹਿਥ, ਝੜ ਲੰਗੋ ਬਿਕ ਸੰਸਾਰ। ਸਤਿਗੁਰੂ ਬਖਸ਼ਿਸ਼ ਕਰਦੇ ਸੰਤ ਪ੍ਰਸਾਦ, ਜਿਹੜੇ ਸੰਤ ਨੇ ਸਾਧੂ ਜਿਨ੍ਹਾਂ ਨੇ ਮਨ ਨੂੰ ਸ਼ਾਂਤ ਕੀਤਾ ਹੋਇਆ, ਐਸੇ ਸਾਧੂਆਂ ਦੀ ਕਿਰਪਾ ਦੇ ਨਾਲ ਇਹ ਨਾਮ ਦੇ ਜਹਾਜ਼ ਤੇ ਗੁਰਮੁਖਾ ਚੜ ਜਾਣਾ ਕਰ। ਸੰਤ ਪ੍ਰਸਾਦ ਪਾਇਓ ਸੱਚ ਬੋਹਿਥ, ਇਹ ਸੱਚ ਨਾਮ ਦਾ ਜਿਹੜਾ ਬੋਹਿਥ ਕਹੀਏ ਜਹਾਜ਼ ਹੈ ਨਾ, ਇਹ ਸਾਧੂਆਂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ। ਇਸ ਨਾਮ ਦੇ ਜਹਾਜ਼ ਤੇ ਚੜ ਕੇ ਲੰਘੋ ਬਿਖ ਸੰਸਾਰ, ਇਹ ਜਿਹੜਾ ਜ਼ਹਿਰ ਦੀ ਨਿਆਈ ਸੰਸਾਰ ਹੈ ਇਹਦੇ ਤੋਂ ਲੰਘ ਜਾਏਗਾ ਜਦੋਂ ਸੱਚ ਨਾਮ ਦੇ ਜਹਾਜ਼ ਤੇ ਚੜ੍ਹੇਗਾ। ਨਹੀਂ ਤੇ ਇਸ ਸੰਸਾਰ ਵਿੱਚ ਦੁਨੀਆ ਡੁੱਬ ਗਈ ਹੈ, ਵਿਕਾਰਾਂ ਨੂੰ ਕਮਾਉਂਦੀ ਹੋਈ, ਪਾਪ ਨੂੰ ਕਮਾਉਂਦੀ ਹੋਈ। ਪਰ ਜਿਨ੍ਹਾਂ ਨੇ ਨਾਮ ਦਾ ਜਹਾਜ਼ ਪ੍ਰਾਪਤ ਕਰ ਲਿਆ, ਨਾਨਕ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ। ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ। ਇਹ ਵਾਹਿਗੁਰੂ ਨਾਮ ਦਾ ਜਹਾਜ਼ ਜਿਨ੍ਹਾਂ ਨੂੰ ਪ੍ਰਾਪਤ ਹੋ ਗਿਆ ਹੈ, ਉਹ ਗੁਰਮੁਖ ਇਸ ਜਹਾਜ਼ ਤੇ ਚੜ੍ਹ ਕੇ ਇਸ ਸੰਸਾਰ ਤੋਂ ਲੰਘ ਜਾਂਦੇ, ਜਿਹੜਾ ਬਿਖ ਕਹੀਏ ਵਿਸ਼ਿਆਂ ਦਾ ਭਰਿਆ ਹੋਇਆ, ਵਿਕਾਰਾਂ ਦਾ ਭਰਿਆ ਹੋਇਆ ਹੈ। ਰਹਾਉ ਭਏ ਕਿਰਪਾਲ ਪੂਰਨ ਅਬਿਨਾਸੀ, ਆਪੇ ਕੀਨੀ ਸਾਰ। ਮਹਾਰਾਜ ਬਖਸ਼ਿਸ਼ ਕਰਦੇ ਜਿਸ ਵੇਲੇ ਕਿਰਪਾਲੂ ਸਤਿਗੁਰੂ ਜੀ ਕਿਰਪਾਲੂ ਹੋਏ, ਉਹਨਾਂ ਨੇ ਬਖਸ਼ਿਸ਼ ਕਰਕੇ ਫਿਰ ਨਾਮ ਦੀ ਦਾਤ ਬਖਸ਼ਿਸ਼ ਕੀਤੀ ਤੇ ਅਨਾਸ ਤੋਂ ਰਹਿਤ ਜਿਹੜਾ ਪਰਮਾਤਮਾ ਪਰਿਪੂਰਨ ਸਾਰੇ ਥਾਵਾਂ ਤੇ ਫਿਰ ਉਹਦੀ ਪ੍ਰਾਪਤੀ ਹੋ ਗਈ, ਉਹਦੀ ਪ੍ਰਾਪਤੀ ਵਾਲੇ ਬਣ ਗਏ। ਆਪੇ ਕੀਨੀ ਸਾਰ, ਫਿਰ ਗੁਰੂ ਸੰਭਾਲ ਵੀ ਭਾਈ ਆਪੇ ਹੀ ਕਰਦਾ ਹੈ। ਜਿਵੇਂ ਮਾਂ ਇੱਕ ਬੱਚੇ ਦੀ ਸੰਭਾਲ ਆਪ ਕਰਦੀ ਹੈ ਨਾ, ਕੀ ਖਾਣ ਵਾਸਤੇ, ਕੀ ਪੀਣ ਵਾਸਤੇ ਦੇਣਾ, ਕੀ ਉਹਦੇ ਗਲ ਵਿੱਚ ਪਾਉਣ ਵਾਸਤੇ ਦੇਣਾ ਹੈ, ਕਿਵੇਂ ਉਸ ਨੂੰ ਧੁੱਪ ਤੋਂ, ਠੰਡ ਤੋਂ, ਗਰਮੀ ਤੋਂ ਬਚਾਉਣਾ ਹੈ, ਜਿਵੇਂ ਮਾਂ ਇੱਕ ਬੱਚੇ ਨੂੰ ਪਾਲਦੀ ਹੈ, ਇਸੇ ਤਰ੍ਹਾਂ ਕਹਿੰਦੇ ਭਾਈ ਉਹ ਜੋ ਪਰਮਾਤਮਾ ਹੈ ਨਾ ਅਕਾਲ ਪੁਰਖ, ਜਿਹੜੇ ਉਹਦੇ ਬਣ ਜਾਂਦੇ ਨੇ, ਉਹ ਫਿਰ ਆਪੇ ਕੀਨੀ ਸਾਰ, ਫਿਰ ਉਹ ਆਪਣਿਆਂ ਦੀ ਸਾਰ ਵੀ ਆਪੇ ਹੀ ਲੈਂਦਾ, ਸੰਭਾਲ ਵੀ ਆਪੇ ਹੀ ਕਰਦਾ ਹੈ, ਉਹਨਾਂ ਦੀ ਪਾਲਣਾ ਵੀ ਆਪ ਕਰਦਾ ਹੈ, ਉਹਨਾਂ ਦੇ ਉੱਪਰ ਬਖਸ਼ਿਸ਼ ਵੀ ਆਪ ਕਰਦਾ ਹੈ। ਪੇਖ ਪੇਖ ਨਾਨਕ ਬਿਗਸਾਨੋ, ਨਾਨਕ ਨਾਹੀ ਸੁਮਾਰ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ ਐਸੇ ਪਰਮਾਤਮਾ ਦੀ ਵਡਿਆਈ ਵੇਖ ਵੇਖ ਕੇ ਸਾਡਾ ਮਨ ਬਿਗਸਾਨੋਂ ਕਹੀਏ ਖਿੜਦਾ ਜਾ ਰਿਹਾ ਹੈ। ਜਿਵੇਂ ਕਮਲ ਦਾ ਫੁੱਲ ਸੂਰਜ ਨੂੰ ਵੇਖ ਕੇ ਖਿੜ ਜਾਂਦਾ ਹੈ, ਇਸੇ ਤਰ੍ਹਾਂ ਗੁਰੂ ਰੂਪੀ ਸੂਰਜ ਦੀ ਵਡਿਆਈ ਵੇਖ ਕੇ, ਪਰਮਾਤਮਾ ਦੀ ਵਡਿਆਈ ਵੇਖ ਕੇ ਸਾਡਾ ਮਨ ਕਮਲ ਦੇ ਵਾਂਗ ਖਿੜਦਾ ਜਾ ਰਿਹਾ ਹੈ। ਨਾਨਕ ਨਹੀਂ ਸੁਮਾਰ, ਪਰਮਾਤਮਾ ਦੀ ਵਡਿਆਈ ਦਾ ਫਿਰ ਕੋਈ ਅੰਤ ਨਹੀਂ ਹੈ। ਜੇ ਆਪਾਂ ਕਹੀਏ ਨਾ ਵੀ ਮੈਂ ਅੰਤ ਪਾ ਲਵਾਂਗਾ, ਮੱਛੀ ਪਾਣੀ ਵਿੱਚ ਰਹਿੰਦੀ ਹੈ, ਸਾਰੀ ਉਮਰ ਸਮੁੰਦਰ ਵਿੱਚ ਮੱਛੀ ਕੱਢ ਦਿੰਦੀ ਹੈ, ਪਰ ਸਾਰੀ ਉਮਰ ਵੀ ਉਹ ਮੱਛੀ ਜਿਹੜੀ ਹੈ ਸਮੁੰਦਰ ਦਾ ਅੰਤ ਨਹੀਂ ਪਾ ਸਕਦੀ। ਸਮੁੰਦਰ ਇੰਨਾ ਵੱਡਾ ਹੈ। ਪੰਛੀ ਆਕਾਸ਼ ਦੇ ਵਿੱਚ ਰਹਿੰਦਾ ਹੈ, ਸਾਰੀ ਉਮਰ ਭਾਵੇਂ ਪੰਛੀ ਉੱਡਦਾ ਰਹੇ ਪਰ ਆਕਾਸ਼ ਦਾ ਅੰਤ ਨਹੀਂ ਪਾ ਸਕਦਾ। ਮਹਾਰਾਜ ਕਹਿਣ ਲੱਗੇ ਨਾਨਕ ਨਹੀਂ ਸੁਮਾਰ, ਪਰਮਾਤਮਾ ਵੀ ਏਡਾ ਵੱਡਾ ਸਮੁੰਦਰ ਦੇ ਵਾਂਗ, ਪਰਮਾਤਮਾ ਵੀ ਇੰਨਾ ਵੱਡਾ ਹੈ ਆਕਾਸ਼ ਦੇ ਵਾਂਗ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ, ਉਹ ਅੰਤ ਤੋਂ ਪਰੇ ਹੈ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਨ ਨਾ ਅੰਤ, ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨਹ ਤੇਰਾ, ਆਪਣਾ ਆਪ ਤੂੰ ਜਾਣੈ ਹੈ। ਸੋ ਐਸੀਆਂ ਬਖਸ਼ਾਂ ਜਿਹੜੀਆਂ ਨੇ ਉਹ ਪ੍ਰਾਪਤ ਹੁੰਦੀਆਂ। ਮਹਾਰਾਜ ਕਹਿੰਦੇ ਪ੍ਰਮਾਤਮਾ ਦੀ ਵਡਿਆਈ ਦਾ ਕੋਈ ਅੰਤ ਨਹੀਂ ਹੈ। ਸੋਠ ਮਹੱਲਾ ਪੰਜਵਾਂ, ਗੁਰਪੂਰੇ ਆਪਣੀ ਕਲ ਧਾਰੀ, ਸਭ ਘਟ ਉਪਜੀ ਦਿਆ। ਪਾਤਸ਼ਾਹ ਬਖਸ਼ਿਸ਼ ਕਰਦੇ ਜਦੋਂ ਪੂਰਿਆਂ ਗੁਰਾਂ ਨੇ ਬਖਸ਼ਿਸ਼ ਕੀਤੀ ਤੇ ਹਰੇਕ ਹਿਰਦੇ ਦੇ ਵਿੱਚ ਮਹਾਰਾਜ ਨੇ ਹਰੇਕ ਜੀਵ ਦੇ ਮਨ ਵਿੱਚ ਦਇਆ ਹੀ ਦਇਆ ਪੈਦਾ ਕਰ ਛੱਡੀ ਹੈ। ਇਹ ਗੁਰੂ ਦੀ ਰਹਿਮਤ ਨਾਲ ਹੋਇਆ। ਕੱਲੀ ਮੇਰੇ ਮਨ ਵਿੱਚ ਦਇਆ ਨਹੀਂ, तमाम जिन्ने जीव पैदा किए उन्होंने मन में भी वो दया पैदा कर दिंदा है। ऐसा वो समर्थ है। गुर पूरा अपनी कल धारी, जदों पूरिया गुरां ने अपनी शक्ति बख्शिश की ना, अपनी करामात विखाई, अपनी मेहर की, सब घाट उपजी दया।
ਸਭ ਹਰੇਕ ਹਿਰਦੇ ਵਿੱਚ ਉਹਨਾਂ ਨੇ ਦਇਆ ਪੈਦਾ ਕਰ ਦਿੱਤੀ, ਦਇਆਵਾਨ ਬਣਾ ਦਿੱਤਾ। ਐਸੀਆਂ ਬਖਸ਼ਿਸ਼ਾਂ ਹੁੰਦੀਆਂ ਹਨ। ਆਪੇ ਮੇਲ ਵਡਾਈ ਕੀਨੀ। ਸਤਿਗੁਰੂ ਜੀ ਆਪਣੇ ਨਾਲ ਮਿਲਦੇ ਵੀ ਆਪ ਨੇ। ਜੇ ਕੋਈ ਬੰਦਾ ਚਾਹਵੇ ਨਾ ਕਿ ਮੈਂ ਆਪਣੇ ਆਪ ਜਾ ਕੇ ਮਿਲ ਪਵਾਂਗਾ, ਨਹੀਂ, ਆਪਣੇ ਆਪ ਨਹੀਂ ਤੇਰੇ ਕੋਲੋਂ ਮਿਲਿਆ ਜਾਣਾ। ਇਹ ਗੁਰੂ ਤੇਰੇ ਤੇ ਤਰਸ ਕਰੇ, ਤਰਸ ਪਿਆ ਮਿਹਰਾਮਤ ਹੋਈ। ਇਹ ਗੁਰੂ ਤਰਸ ਕਰੇਗਾ ਤਾਂ ਤੈਨੂੰ ਉਹ ਆਪਣੇ ਨਾਲ ਮਿਲੇਗਾ। ਜੇ ਤੂੰ ਆਪਣੇ ਆਪ ਚਾਹ ਵੀ ਮੈਂ ਆਪੇ ਮਿਲ ਲਵਾਂ, ਆਪੇ ਨਹੀਂ ਮਿਲਿਆ ਜਾਣਾ। ਗੁਰ ਪੂਰੇ ਆਪੇ ਮੇਲ, ਗੁਰੂ ਨੇ ਬਖਸ਼ਿਸ਼ ਕੀਤੀ, ਆਪਣੇ ਆਪੇ ਹੀ ਉਹਨੇ ਆਪਣੇ ਨਾਲ ਮਿਲਣਾ ਹੈ। ਜਦੋਂ ਮਿਲ ਲਿਆ ਫਿਰ ਵਡਿਆਈ ਹੋ ਜਾਏਗੀ। ਦੁਨੀਆ ਦੇ ਲੋਕ ਜੈ ਜੈਕਾਰ ਕਹਿਣਗੇ, ਦੁਨੀਆ ਦੇ ਲੋਕ ਚੰਗਾ ਚੰਗਾ ਕਹਿਣਗੇ। ਸੰਸਾਰ ਵਿੱਚ ਜੈ ਜੈਕਾਰ ਹੋਵੇਗੀ, ਪਰ ਹੋਵੇਗੀ ਉਦੋਂ ਜਦੋਂ ਪੂਰਾ ਗੁਰੂ ਤੈਨੂੰ ਆਪਣੇ ਨਾਲ ਮਿਲੇਗਾ। ਕੁਸਲ ਖੇਮ ਸਭ ਭਇਆ। ਪਾਤਸ਼ਾਹ ਕਹਿਣ ਲੱਗੇ ਕੁਸਲ ਕਹੀਏ ਸੁਖ ਤੇ ਖੇਮ ਕਹੀਏ ਮੁਕਤੀ। ਇਹ ਦੋਵੇਂ ਚੀਜ਼ਾਂ ਗੁਰੂ ਕੋਲੋਂ ਮਿਲ ਗਈਆਂ। ਮੁਕਤੀ ਵੀ ਗੁਰੂ ਕੋਲੋਂ ਮਿਲੀ ਹੈ ਅਤੇ ਸੁਖ ਵੀ ਗੁਰੂ ਕੋਲੋਂ ਹੀ ਮਿਲਿਆ ਹੈ। ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ, ਜੇ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ। ਦੁੱਖ ਚਲੇ ਗਏ, ਸੁਖ ਸੁਖ ਹੀ ਆ ਗਏ। ਪਰ ਸੁਖ ਆਏ ਕਿਵੇਂ? ਮਹਾਰਾਜ ਕਹਿਣ ਲੱਗੇ ਜਿਸ ਵੇਲੇ ਪੂਰਿਆਂ ਗੁਰਾਂ ਨੇ ਪਰਮੇਸ਼ਰ ਨਾਲ ਮਿਲਿਆ ਤੇ ਪਰਮੇਸ਼ਰ ਨਾਲ ਮਿਲ ਕੇ ਜਦੋਂ ਫਿਰ ਪਰਮਾਤਮਾ ਦੀ ਪ੍ਰਾਪਤੀ ਵਾਲੇ ਹੋਏ, ਫਿਰ ਕੁਸਲ ਕਹੀਏ ਸੁਖ ਅਤੇ ਇਸੇ ਤਰ੍ਹਾਂ ਖੇਮ ਕਹੀਏ ਮੋਕਸ਼ ਪ੍ਰਾਪਤ ਹੋਇਆ ਹੈ। ਸਤਿਗੁਰ ਪੂਰਾ ਮੇਰੇ ਨਾਲ। ਮੇਰਾ ਪੂਰਾ ਗੁਰੂ ਮੇਰੇ ਨਾਲ ਹੈ ਭਾਈ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ। ਸੋ ਤਾਤੀ ਵਾਉ ਨ ਲੱਗਈ ਪਾਰ ਬ੍ਰਹਮ ਸਰਨਾਈ। ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ। ਇਹ ਸਤਿਗੁਰਾਂ ਦੀ ਗੁਰਬਾਣੀ ਦੇ ਫਰਮਾਨ ਹਨ। ਜਿਸ ਵੇਲੇ ਪੂਰਾ ਗੁਰੂ ਮੇਰੇ ਤੇ ਰਹਿਮਤ ਕਰਕੇ ਮੇਰੇ ਨਾਲ ਹੋਇਆ ਤੇ ਫਿਰ ਮੈਨੂੰ ਉਹਨਾਂ ਨੇ ਤਤੀ ਵਾਹ ਨਹੀਂ ਲੱਗਣ ਦਿੱਤੀ ਹੈ। ਸਤਿਗੁਰ ਪੂਰਾ ਮੇਰੇ ਨਾਲ, ਇਹੋ ਜਿਹਾ ਪੂਰਾ ਸਮਰੱਥ ਗੁਰੂ ਮੇਰੇ ਨਾਲ ਹੈ ਜਿਨ੍ਹਾਂ ਦੀ ਮਹਿਮਾ ਨਾਲ ਮੇਰਾ ਇਹ ਜਨਮ ਸਫਲਾ ਹੋ ਗਿਆ ਹੈ। ਪਾਰ ਬ੍ਰਹਮ ਜਪ ਸਦਾ ਨਿਹਾਲ। ਗੁਰੂ ਨੇ ਰਹਿਮਤ ਕਰਕੇ ਪਾਰ ਬ੍ਰਹਮ ਪਰਮੇਸ਼ਰ ਦਾ ਨਾਮ ਦਿੱਤਾ। ਉਸ ਨਾਮ ਨੂੰ ਜਪ ਕੇ ਅਸੀਂ ਨਿਹਾਲ ਹੋ ਗਏ, ਨਿਹਾਲ ਹੋ ਗਏ, ਨਿਹਾਲ ਹੋ ਗਏ। ਐਸੀਆਂ ਬਖਸ਼ਿਸ਼ਾਂ ਤਾਂ ਹੋਈਆਂ ਜਦੋਂ ਪਾਰ ਬ੍ਰਹਮ ਪਰਮੇਸ਼ਰ ਨੂੰ ਜਪਣਾ ਕੀਤਾ, ਜਪ ਕੇ ਤੇ ਨਿਹਾਲ ਹੋਏ ਹਾਂ। ਰਾਉ ਅੰਤਰ ਬਾਹਰ ਥਾਨ ਥਨੰਤਰ, ਜਤ ਕਤ ਪੇਖੋ ਸੋਈ। ਗੁਰੂ ਅਰਜਨ ਦੇਵ ਪਾਤਸ਼ਾਹ ਬਖਸ਼ਿਸ਼ ਕਰਦੇ, ਕਹਿਣ ਲੱਗੇ ਅੰਤਰ ਬਾਹਰ। ਇਹ ਸਰੀਰ ਦੇ ਅੰਦਰ, ਸਰੀਰ ਦੇ ਬਾਹਰ ਦੋਨਾਂ ਥਾਵਾਂ ਤੇ ਪ੍ਰਮਾਤਮਾ ਹੈ। ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ ਇਸ ਬ੍ਰਹਿਮੰਡ ਦੇ ਅੰਦਰ ਤੇ ਬ੍ਰਹਿਮੰਡ ਦੇ ਬਾਹਰ, ਇਹਨਾਂ ਦੋਵਾਂ ਥਾਵਾਂ ਤੇ ਵੀ ਪਰਮੇਸ਼ਰ ਹੈ। ਅੰਤਰ ਬਾਹਰ, ਸਰੀਰ ਦੇ ਅੰਦਰ ਸਰੀਰ ਦੇ ਬਾਹਰ, ਬ੍ਰਹਿਮੰਡ ਦੇ ਅੰਦਰ ਬ੍ਰਹਿਮੰਡ ਦੇ ਬਾਹਰ ਪਰਮਾਤਮਾ ਹੈ। ਥਾਨ ਥਨੰਤਰ, ਅੰਦਰਾਂ ਦੇ ਅੰਦਰ ਇਹ ਕਮਰਾ ਹੈ, ਉਹਦੇ ਵਿੱਚ ਵੀ ਪਰਮਾਤਮਾ। ਕਮਰੇ ਦੇ ਅੱਗੇ ਫਿਰ ਇੱਕ ਕਮਰਾ, ਉਹਦੇ ਵਿੱਚ ਵੀ ਪਰਮਾਤਮਾ। ਫਿਰ ਅੱਗੇ ਇੱਕ ਹੋਰ ਕਮਰਾ, ਉਹਦੇ ਵਿੱਚ ਵੀ ਪਰਮਾਤਮਾ ਹੈ। ਮਹਿਲਾਂ ਦੇ ਅੰਦਰ ਮਹਿਲ, ਗੁਫਾ ਦੇ ਅੰਦਰ ਗੁਫਾਵਾਂ, ਸਾਰੀਆਂ ਥਾਵਾਂ ਦੇ ਵਿੱਚ ਪਰਮਾਤਮਾ ਹੈ। ਥਾਨ ਥਨੰਤਰ ਤੋਂ ਭਾਵ ਹੈ ਜਿਹੜੇ ਥਣਾਂ ਵਾਲੇ ਜੀਵ ਨੇ, ਥਣ ਧਾਰੀ ਜੀਵ ਨੇ, ਉਹਨਾਂ ਵਿੱਚ ਵੀ ਪਰਮਾਤਮਾ ਵਸਿਆ ਹੋਇਆ। ਜਤ ਕਤ ਪੇਖੋਂ ਸੋਈ, ਮੈਂ ਜਿੱਧਰ ਵੀ ਵੇਖਦਾ ਉਧਰ ਹੀ ਪਰਮਾਤਮਾ ਹੈ। ਕੋਈ ਇਹੋ ਜਿਹੀ ਜਗ੍ਹਾ ਨਹੀਂ ਜਿੱਥੇ ਉਹ ਨਹੀਂ ਵਸਿਆ ਹੋਇਆ, ਉਹ ਸਾਰਿਆਂ ਥਾਵਾਂ ਤੇ ਸਮਾਇਆ ਹੋਇਆ ਹੈ। ਨਾਨਕ ਗੁਰ ਪਾਇਓ ਵਡ ਭਾਗੇ, ਤਿਸ ਜੇ ਵਡਿਆ ਵਰ ਨਾ ਕੋਈ। ਗੁਰੂ ਅਰਜਨ ਦੇਵ ਪਾਤਸ਼ਾਹ ਬਖਸ਼ਿਸ਼ ਕਰਦੇ, ਭਾਈ ਗੁਰੂ ਜਿਹੜਾ ਹੈ ਉਹ ਵੱਡਿਆਂ ਭਾਗਾਂ ਨਾਲ ਮਿਲਦਾ ਹੈ। ਵੱਡਿਆਂ ਭਾਗਾਂ ਬਿਨਾਂ ਗੁਰੂ ਦੀ ਪ੍ਰਾਪਤੀ ਕੋਈ ਨਹੀਂ ਹੁੰਦੀ ਹੈ। ਨਾਨਕ ਗੁਰ ਪਾਇਓ, ਗੁਰੂ ਪਾਇਆ ਕਿਵੇਂ ਪਾਇਆ? ਵਡਭਾਗੀ, ਵੱਡੇ ਭਾਗ ਸਨ ਤਾਂ ਪਾਇਆ। ਜਿੰਨਾ ਚਿਰ ਵੱਡੇ ਭਾਗ ਨਹੀਂ ਉਹਨਾਂ ਚਿਰ ਪੂਰਾ ਗੁਰੂ ਵੀ ਪ੍ਰਾਪਤ ਨਹੀਂ ਹੋਵੇਗਾ। ਪਰ ਜਿਨ੍ਹਾਂ ਨੂੰ ਪੂਰਾ ਗੁਰੂ ਮਿਲ ਗਿਆ, ਤਿਸ ਜੀਵੜ ਅਵਰ ਨਾ ਕੋਈ, ਉਹਨਾਂ ਵਰਗਾ ਕੋਈ ਦੂਜਾ ਵੱਡਾ ਹੈ ਹੀ ਨਹੀਂ ਦੁਨੀਆ ਵਿੱਚ। ਐਸੀ ਉਹ ਸਮਰੱਥਾ ਵਾਲੇ ਗੁਰੂ ਕੇ ਸਿੱਖ ਬਣ ਗਏ ਜਿਨ੍ਹਾਂ ਨੇ ਪੂਰੇ ਗੁਰੂ ਨੂੰ ਪ੍ਰਾਪਤ ਕੀਤਾ, ਉਹ ਵੱਡਿਆਂ ਭਾਗਾਂ ਵਾਲੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ ਦਿਓ ਸੱਜਣਾ ਸੀਸੜੀਆਂ, ਜੋ ਹੋਵੇ ਸਾਹਿਬ ਸੇ ਮੇਲ। ਅੰਤਰ ਬਾਹਰ ਥਾਨ ਥਨੰਤਰ, ਜਤ ਕਤ ਪੇਖੋ ਸੋਈ। ਨਾਨਕ ਗੁਰ ਪਾਇਓ ਵਡ ਭਾਗੇ।